नौवीं ਅਤੇ 10ਵੀਂ ਜਮਾਤ ਦੇ ਪਿਆਰੇ ਪਿਆਰੇ ਵਿਦਿਆਰਥੀਓ, ਮੈਂ ਸ਼ਿਵ ਕੁਮਾਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਸਵਾਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੁਹਾਡੇ ਵਿਆਕਰਣ ਭਾਗ ਵਿੱਚੋਂ ਇੱਕ ਬਿਨਾ ਪੱਤਰ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਆਸ ਹੈ ਕਿ ਤੁਸੀਂ ਇਸ ਬਿਨਾ ਪੱਤਰ ਨੂੰ ਵਧੀਆ ਢੰਗ ਨਾਲ ਸਿੱਖੋਗੇ ਅਤੇ ਇਸ ਨੂੰ ਆਪਣੇ ਸ਼ਬਦਾਂ ਵਿੱਚ ਲਿਖਣ ਦੇ ਯੋਗ ਹੋਵੋਗੇ। ਸੋ ਪਿਆਰੇ ਬੱਚਿਓ, ਜਦੋਂ ਤੁਸੀਂ ਸਕੂਲ ਵਿੱਚ ਹੁੰਦੇ ਹੋ ਤਾਂ ਕੋਈ ਵੀ ਸਮੱਸਿਆ ਜਦੋਂ ਤੁਹਾਨੂੰ ਆਉਂਦੀ ਹੈ ਤਾਂ ਉਸ ਸਮੱਸਿਆ ਦਾ ਹੱਲ ਕੌਣ ਕਰਦਾ ਹੈ? ਨੈਚੁਰਲੀ ਮੁੱਖ ਅਧਿਆਪਕ, ਹੈੱਡ ਮਾਸਟਰ ਜਾਂ ਸਕੂਲ ਦੇ ਪ੍ਰਿੰਸੀਪਲ, ਹੈ ਨਾ ਬੱਚਿਓ। ਅਗਰ ਤੁਹਾਡੇ ਘਰ ਵਿੱਚ ਕੋਈ ਸਮੱਸਿਆ ਹੁੰਦੀ ਹੈ ਅਤੇ ਫਿਰ ਉਸ ਦਾ ਹੱਲ ਕੌਣ ਕਰਦਾ ਹੈ? ਜਿਹੜਾ ਵੀ ਘਰ ਦਾ ਮੁਖੀਆ ਹੁੰਦਾ ਹੈ ਜਾਂ ਜਿਹੜਾ ਵੀ ਘਰ ਤੋਂ ਵੱਡਾ ਹੁੰਦਾ ਹੈ ਤਾਂ ਉਹ ਉਸ ਸਮੱਸਿਆ ਦਾ ਹੱਲ ਕਰਦਾ ਹੈ। ਜੇਕਰ ਜਿਹੜੀ ਸਮੱਸਿਆ ਹੈ ਤੁਹਾਡੇ ਪਿੰਡ ਨਾਲ ਸੰਬੰਧਿਤ ਹੈ ਤਾਂ ਪਿਆਰੇ ਬੱਚਿਓ, ਤਾਂ ਉਸ ਦਾ ਹੱਲ ਕੌਣ ਕਰਦਾ ਹੈ? ਉਸ ਦਾ ਹੱਲ ਕੌਣ ਕਰਦਾ ਹੈ? ਪਿੰਡ ਦਾ ਸਰਪੰਚ। ਸੋ ਅੱਜ ਅਸੀਂ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਦੇ ਸੰਬੰਧ ਵਿੱਚ ਇੱਕ ਬਿਨਾ ਪੱਤਰ ਲਿਖਣ ਜਾ ਰਹੇ ਹਾਂ ਅਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਦਾ ਭਰਪੂਰ ਲਾਹਾ ਲਵੋਗੇ ਅਤੇ ਇਸ ਨੂੰ ਆਪਣੇ ਆਪ ਲਿਖਣ ਦੇ ਯੋਗ ਹੋਵੋਗੇ। ਤਾਂ ਆਓ ਅੱਜ ਇੱਕ ਜਿਹੜਾ ਬਿਨਾ ਪੱਤਰ ਹੈ ਉਹ ਲਿਖਣਾ ਸਿੱਖੀਏ। ਸੋ ਪਿਆਰੇ ਬੱਚਿਓ, ਲਿਖਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਿਨਾ ਪੱਤਰ ਦੇ 3 ਮੁੱਖ ਭਾਗ ਹੁੰਦੇ ਹੈ। ਨੰਬਰ 1 'ਤੇ ਆਰੰਭ, ਨੰਬਰ 2 'ਤੇ ਮੱਧ, ਨੰਬਰ 3 'ਤੇ ਅੰਤ। ਸੋ ਆਰੰਭ ਜਿਹੜਾ ਹੁੰਦਾ ਹੈ ਉਹ ਸਾਡਾ ਸ਼ੁਰੂ ਤੋਂ ਐਡਰੈਸ ਜਿਹੜਾ ਹੁੰਦਾ ਹੈ ਉਹ ਆਪਾਂ ਇੱਥੇ ਲਿਖ ਦਿੰਦੇ ਹਾਂ, ਆਰੰਭ। ਉਸ ਤੋਂ ਬਾਅਦ ਮੱਧ ਵਿੱਚ ਤੁਹਾਡਾ ਸਾਰਾ ਵਿਸ਼ਾ ਵਸਤੂ ਆ ਜਾਂਦਾ ਹੈ। ਮੱਧ ਅਤੇ ਅੰਤ ਵਿੱਚ ਤੁਹਾਡਾ ਧੰਨਵਾਦ ਸਾਹਿਤ ਤੋਂ ਬਾਅਦ ਜੋ ਵੀ ਤੁਹਾਡਾ ਇੱਥੇ ਪਤਾ ਹੁੰਦਾ ਹੈ ਉਹ ਅੰਤ ਵਿੱਚ ਆ ਜਾਂਦਾ ਹੈ। ਅੰਤ, ਇੱਧਰ ਮਿਤੀ ਆ ਜਾਂਦੀ ਹੈ, ਮਿਤੀ। ਸੋ ਇਸ ਤਰ੍ਹਾਂ ਅਸੀਂ ਪੱਤਰ ਨੂੰ 3 ਮੁੱਖ ਭਾਗਾਂ ਵਿੱਚ ਵੰਡ ਦਿੰਦੇ ਹਾਂ। ਸੋ ਇਹਨਾਂ 3 ਭਾਗਾਂ ਦੇ ਅਲੱਗ-ਅਲੱਗ ਅੰਕ ਹੁੰਦੇ ਹਨ। ਠੀਕ ਹੈ ਬੱਚਿਓ। ਸੋ ਜਦੋਂ ਅਸੀਂ ਐਡਰੈਸ ਲਿਖਦੇ ਹਾਂ, ਐਡਰੈਸ ਤੋਂ ਬਾਅਦ ਇੱਥੇ ਵਿਸ਼ਾ ਆ ਜਾਂਦਾ ਹੈ। ਵਿਸ਼ਾ ਜਿਹੜਾ ਹੈ ਤੁਹਾਡੇ ਇਸ ਪੂਰੇ ਕੰਟੈਂਟ ਨੂੰ, ਪੂਰੇ ਵਿਸ਼ੇ ਵਸਤੂ ਨੂੰ ਸਪਸ਼ਟ ਕਰ ਦਿੰਦਾ ਹੈ ਕਿ ਇਹ ਪੱਤਰ ਕਿਸ ਮਕਸਦ ਲਈ ਲਿਖਿਆ ਜਾ ਰਿਹਾ ਹੈ। ਸੋ ਉਸ ਤੋਂ ਬਾਅਦ ਮੱਧ ਵਿੱਚ ਜਿਹੜਾ ਤੁਹਾਡਾ ਕੰਟੈਂਟ ਹੁੰਦਾ ਹੈ ਜਾਂ ਵਿਸ਼ਾ ਵਸਤੂ ਹੁੰਦਾ, ਜੋ ਵੀ ਤੁਸੀਂ ਇਸ ਵਿੱਚ ਲਿਖਣਾ ਹੁੰਦਾ ਹੈ, ਉਹ ਲਿਖਣ ਦਾ ਜਿਹੜਾ ਢੰਗ ਤੁਹਾਡਾ ਹੈਗਾ ਜਾਂ ਤੁਹਾਡੀ ਸ਼ੈਲੀ ਜਿਹੜੀ ਹੈ ਉਹ ਬਿਲਕੁਲ ਹੀ ਸਾਫ਼, ਸਪਸ਼ਟ ਅਤੇ ਸੰਖੇਪ ਵਿੱਚ ਹੋਣੀ ਚਾਹੀਦੀ ਹੈ। ਅਤੇ ਬਿਨਾਂ ਵਜ੍ਹਾ ਜਿਹੜਾ ਆਪਾਂ ਫਾਲਤੂ ਦੀਆਂ ਗੱਲਾਂ ਲਿਖਣੀਆਂ ਹੁੰਦੀਆਂ ਹੈ ਉਹਨਾਂ ਤੋਂ ਬਚਿਆ ਜਾਣਾ ਚਾਹੀਦਾ ਹੈ। ਟੂ ਦੀ ਪੁਆਇੰਟ ਗੱਲ ਲਿਖਣੀ ਹੁੰਦੀ ਹੈ ਅਤੇ ਤੁਹਾਡੀ ਜਿਹੜੀ ਪੱਤਰ ਲਿਖਣ ਦੇ ਵਿਸ਼ੇ ਵਸਤੂ ਵਿੱਚੋਂ ਨਿਮਰਤਾ ਜਿਹੜੀ ਹੈ ਉਹ ਸਾਫ਼ ਝਲਕਦੀ ਹੋਣੀ ਚਾਹੀਦੀ ਹੈ। ਅਤੇ ਅੰਤ ਜਿਹੜਾ ਉਸਦਾ ਹੈਗਾ ਹੈ ਉਹ ਬਿਲਕੁਲ ਹੀ ਨਿਮਰਤਾ ਸਹਿਤ ਕਰਨਾ ਚਾਹੀਦਾ ਹੈ ਅਤੇ ਲਿਖਣ ਵਾਲੇ ਨੂੰ ਪੂਰਾ ਆਦਰ, ਸਨਮਾਨ, ਮਾਣ ਉਹਦਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਤੁਹਾਡੀ ਸਮੱਸਿਆ ਨੂੰ ਦੇਖ ਕੇ ਉਸ ਦਾ ਹੱਲ ਕਰਨ ਲਈ ਸਹਿਮਤ ਹੋ ਜਾਏ। ਸੋ ਅੰਤ ਵਿੱਚ ਆਪਣਾ ਇੱਥੇ ਐਡਰੈਸ ਦੇ ਦੇਣਾ ਹੁੰਦਾ ਸਾਰਾ, ਇੱਥੇ ਮਿਤੀ ਲਿਖ ਦੇਣੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਪੱਤਰ ਨੂੰ ਪੂਰਾ ਲਿਖ ਦੇਣਾ ਹੁੰਦਾ ਹੈ। ਸੋ ਪਿਆਰੇ ਬੱਚੇ, ਆਓ ਆਪਣੇ ਸ਼ਹਿਰ ਦੀ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਜਾਂ ਪਿੰਡ ਦੇ ਸਰਪੰਚ ਨੂੰ ਇੱਕ ਪੱਤਰ ਲਿਖੋ ਜਿਸ ਵਿੱਚ ਮੁਹੱਲੇ ਦੀਆਂ ਨਾਲੀਆਂ ਅਤੇ ਗਲੀਆਂ ਦੀ ਭੈੜੀ ਹਾਲਤ ਦੱਸਦੇ ਹੋਏ ਉਹਨਾਂ ਨੂੰ ਮੁਰੰਮਤ ਕਰਵਾਉਣ ਲਈ ਬੇਨਤੀ ਕਰੋ। ਸੋ ਆਪਣੇ ਸ਼ਹਿਰ ਦੀ ਮਿਊਨਿਸਪਲ ਕਮੇਟੀ, ਆਪਣੇ ਸ਼ਹਿਰ ਦੀ म्यूनसिपल कमेटी
अपने शहर की म्यूनसिपल कमेटी के प्रधान उबलीक पिंड दे सरपंच नूं अपने मुहल्ले दियां गलियां अते नालियां दी खस्ता हालत दसदे होए मुरम्मत संबंधी बेनती पत्र लिखो। सो अपने शहर की म्यूनसिपल कमेटी के प्रधान जां पिंड के सरपंच नूं अपने मुहल्ले दीयां गलियां ते नालियां की खस्ता हालत दसदे होए मुरम्मत संबंधी बेनती पत्र लिखो। सो प्यारे बच्चों, साडे जिद्दां पिंडां विच आम करके जिहड़ा सरपंच हुंदा है वो पिंड दा मुखिया हुंदा है, तो उसने ही पिंडां दे हर एक कारज नूं देखना हुंदा है। तो इत्थे मैं पिंड दे सरपंच नूं एक जिहड़ी शिकायत हैगी है वो किद्दां कीती जानी है जां किद्दां लिखी जानी है, उस बारे आपां इसदा ढंग तरीका सिखांगे। तो आओ इसनूं सिखीए अते अपने आप लिखण दी कोशिश भी करिए। टिब्बा महल्ला बीस सौ इक्की। सो इत्थे मैं पिंड का एड्रैस लै रहा हाँ। टिब्बा मुहल्ला वार्ड नंबर 7 सवार मिति इन्नी सेवा विखे सरपंच साहब ग्राम पंचायत ग्राम पंचायत सवार
ਸੋ ਪਿਆਰੇ ਬੱਚਿਓ, ਮੈਨੂੰ ਆਸ ਹੈ ਕਿ ਤੁਸੀਂ ਨਾਲ ਦੀ ਨਾਲ ਹੀ ਇਸ ਦਾ ਉਤਾਰਾ ਆਪਣੀਆਂ ਕਾਪੀਆਂ 'ਤੇ ਕਰ ਲਿਆ ਹੋਵੇਗਾ। ਤਾਂ ਚਲੋ ਇਸ ਤੋਂ ਅੱਗੇ ਚਲੀਏ। ਇਸ ਤੋਂ ਬਾਅਦ ਆਪਾਂ ਲਿਖਾਂਗੇ ਵਿਸ਼ਾ। ਵਿਸ਼ਾ ਕੀ ਹੈ ਨਾ, ਮੁਹੱਲੇ ਵਿੱਚ ਨਾਲੀਆਂ ਅਤੇ ਗਲੀਆਂ ਦੀ ਮੁਰੰਮਤ ਸੰਬੰਧੀ। ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਸੰਬੰਧੀ। ਸੋ ਪਿਆਰੇ ਬੱਚਿਓ, ਇੱਦਾਂ ਜਿਹੜਾ ਵਿਸ਼ਾ ਹੈ ਉਹ ਸੰਖੇਪ ਜਿਹਾ ਕਰਕੇ ਲਿਖ ਦੇਣਾ ਚਾਹੀਦਾ ਹੈ, ਤਾਂ ਕਿ ਇਸ ਵਿਸ਼ੇ ਤੋਂ ਹੀ ਤੁਹਾਡੀ ਪੂਰੀ ਜਿਹੜੀ ਐਪਲੀਕੇਸ਼ਨ ਹੈ ਜਾਂ ਬਿਨਾਂ ਪੱਤਰ ਹੈ ਉਸ ਬਾਰੇ ਪੜ੍ਹਨ ਵਾਲੇ ਨੂੰ ਇਹ ਪਤਾ ਲੱਗ ਜਾਏ ਵੀ ਜਿਹੜੀ ਐਪਲੀਕੇਸ਼ਨ ਹੈ ਜਾਂ ਸ਼ਿਕਾਇਤ ਪੱਤਰ ਹੈ ਕਿਸ ਸੰਬੰਧ ਵਿੱਚ ਹੈ। ਸੋ ਉਸ ਤੋਂ ਬਾਅਦ ਆਉਣਾ ਸ਼੍ਰੀਮਾਨ ਜੀ। ਸ਼੍ਰੀਮਾਨ ਜੀ, ਸੋ ਬੇਨਤੀ ਇਹ ਹੈ ਕਿ ਕਿ ਅਸੀਂ ਮੁਹੱਲਾ ਟਿੱਬਾ ਨਿਵਾਸੀ ਬੇਨਤੀ ਇਹ ਹੈ ਕਿ ਅਸੀਂ ਮੁਹੱਲਾ ਟਿੱਬਾ ਨਿਵਾਸੀ ਆਪ ਜੀ ਦੇ ਧਿਆਨ ਵਿੱਚ ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਦੇ ਸੰਬੰਧ ਵਿੱਚ ਆਪ ਜੀ ਨੂੰ ਇਹ ਬੇਨਤੀ ਪੱਤਰ ਲਿਖ ਰਹੇ ਹਾਂ।
ਮੁਹੱਲੇ ਦੀਆਂ ਨਾਲੀਆਂ ਵਿੱਚ ਮੋਮਜਾਮੇ ਦੇ ਲਿਫਾਫੇ ਫਸ ਜਾਣ ਕਾਰਨ ਸਾਰਾ ਪਾਣੀ ਗਲੀਆਂ ਵਿੱਚ ਵਗਦਾ ਹੈ। ਗਲੀਆਂ ਵੀ ਟੁੱਟੀਆਂ ਹੋਣ ਕਾਰਨ ਛੋਟੇ ਛੋਟੇ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ ਹਨ। ਬੇਨਤੀ ਇਹ ਹੈ ਕਿ ਅਸੀਂ ਮੁਹੱਲਾ ਟਿੱਬਾ ਨਿਵਾਸੀ ਆਪ ਜੀ ਦੇ ਧਿਆਨ ਵਿੱਚ ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਦੇ ਸੰਬੰਧ ਵਿੱਚ ਆਪ ਜੀ ਨੂੰ ਇਹ ਬੇਨਤੀ ਪੱਤਰ ਲਿਖ ਰਹੇ ਹਾਂ। ਮੁਹੱਲੇ ਦੀਆਂ ਨਾਲੀਆਂ ਵਿੱਚ ਮੋਮਜਾਮੇ ਦੇ ਲਿਫਾਫੇ ਫਸ ਜਾਣ ਕਾਰਨ ਸਾਰਾ ਪਾਣੀ ਗਲੀਆਂ ਵਿੱਚ ਵਗਦਾ ਹੈ। ਗਲੀਆਂ ਵੀ ਟੁੱਟੀਆਂ ਹੋਣ ਕਾਰਨ ਛੋਟੇ ਛੋਟੇ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ ਹਨ। ਇੱਥੋਂ ਸਾਈਕਲ ਸਕੂਟਰ ਤਾਂ ਕਿ ਪੈਦਲ ਤੁਰਨਾ ਵੀ ਔਖਾ ਹੋ ਗਿਆ ਹੈ। ਕਈ ਵਾਰ ਮੁਹੱਲਾ ਨਿਵਾਸੀ ਗਲੀਆਂ ਵਿੱਚ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ।
ਮੁਹੱਲੇ ਵਿੱਚ ਕੋਈ ਭਿਆਨਕ ਬਿਮਾਰੀ ਪੈਦਾ ਹੋ ਸਕਦੀ ਹੈ। ਕਿਰਪਾ ਕਰਕੇ ਮੁਹੱਲੇ ਦਾ ਦੌਰਾ ਕੀਤਾ ਜਾਵੇ ਅਤੇ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾਈ ਜਾਵੇ ਜੀ। ਤਾਂ ਜੋ ਕਿਸੇ ਭਿਆਨਕ ਹਾਦਸੇ ਤੋਂ ਬਚਿਆ ਜਾ ਸਕੇ। ਅਸੀਂ ਸਮੂਹ ਮੁਹੱਲਾ ਵਾਸੀ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ। ਧੰਨਵਾਦ ਸਹਿਤ ਸੋ ਇੱਥੋਂ ਸਾਈਕਲ ਸਕੂਟਰ ਤਾਂ ਕੀ ਪੈਦਲ ਤੁਰਨਾ ਵੀ ਔਖਾ ਹੋ ਗਿਆ ਹੈ। ਕਈ ਵਾਰ ਮੁਹੱਲਾ ਨਿਵਾਸੀ ਗਲੀਆਂ ਵਿੱਚ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ। ਮੁਹੱਲੇ ਵਿੱਚ ਕੋਈ ਭਿਆਨਕ ਬਿਮਾਰੀ ਪੈਦਾ ਹੋ ਸਕਦੀ ਹੈ। ਕਿਰਪਾ ਕਰਕੇ ਮੁਹੱਲੇ ਦਾ ਦੌਰਾ ਕੀਤਾ ਜਾਵੇ ਅਤੇ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾਈ ਜਾਵੇ ਜੀ, ਤਾਂ ਜੋ ਕਿਸੇ ਭਿਆਨਕ ਹਾਦਸੇ ਤੋਂ ਬਚਿਆ ਜਾ ਸਕੇ। ਅਸੀਂ ਸਮੂਹ ਮੁਹੱਲਾ ਵਾਸੀ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ। ਧੰਨਵਾਦ ਸਹਿਤ। ਸੋ ਅੰਤ ਵਿੱਚ ਅਸੀਂ ਆਪਣਾ ਐਡਰੈਸ ਲਿਖ ਦੇਣਾ ਹੈ ਕਿ ਆਪ ਜੀ ਦੇ ਵਿਸ਼ਵਾਸ ਪਾਤਰ ਸਮੂਹ ਮੁਹੱਲਾ ਨਿਵਾਸੀ ਟਿੱਬਾ ਮੁਹੱਲਾ ਸਵਾਰ। ਸੋ ਪਿਆਰੇ ਬੱਚਿਓ, ਇਹ ਸੀ
ਅੱਜ ਦਾ ਇੱਕ ਬਿਨਾਂ ਪੱਤਰ, ਜਿਸ ਵਿੱਚ ਤੁਸੀਂ ਆਪਣੇ ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਵਾਸਤੇ ਆਪਣੇ ਪਿੰਡ ਦੇ ਮੁਖੀ ਨੂੰ, ਸਰਪੰਚ ਨੂੰ ਇੱਕ ਪੱਤਰ ਲਿਖਣਾ ਸੀ, ਜਿਸ ਵਿੱਚ ਤੁਸੀਂ ਉਹ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਦੀ ਗੱਲ ਕਰਨੀ ਸੀ। ਤਾਂ ਮੈਨੂੰ ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਚੰਗੀ ਤਰ੍ਹਾਂ ਸਿੱਖ ਲਿਆ ਹੋਵੇਗਾ ਅਤੇ ਆਪਣੀਆਂ ਕਾਪੀਆਂ 'ਤੇ ਲਿਖ ਵੀ ਲਿਆ ਹੋਵੇਗਾ। ਅਗਲੀ ਵਾਰ ਇੱਕ ਹੋਰ ਨਵੇਂ ਲੈਸਨ ਨਾਲ ਤੁਹਾਡੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।